ਗੱਲ ਜਦੋਂ ਤਾਰੀਖੇ ਪੰਜਾਬ ਦੀ ਹੁੰਦੀ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਹੈਰੀਟੇਜ ਦਾਸਤਾਨ। ਨੋ ਡੇਜ਼ ਅਗਰ ਅੱਜ ਕੱਲ੍ਹ ਤੁਸੀਂ ਦੇਖੋ ਕਿ ਪਾਕਿਸਤਾਨ ਦਾ ਜਿਹੜਾ ਦਾਰੁਲ ਖਿਲਾਫਾ ਹੈ ਉਹ ਪੰਜਾਬ ਦੀ ਧਰਤੀ ਪੋਠੋਹਾਰ ਦੇ ਅੰਦਰ ਹੈ, ਜਿਹੜਾ ਕਿ ਹਰੀਪੁਰ ਹਜ਼ਾਰਾ ਦੇ ਨਾਲ ਟੱਚ ਹੁੰਦਾ ਹੋਇਆ ਇੱਕ ਪਾਸੋਂ ਰਾਵਲਪਿੰਡੀ ਨਾਲ ਟੱਚ ਹੁੰਦਾ ਹੈ। ਤੇ ਇਹ ਵੀ ਜਗ੍ਹਾ ਜਿਹੜੀ ਹੈ ਕੋਈ ਤਾਰੀਖ ਦੇ ਪੰਨਿਆਂ ਤੋਂ ਖਾਲੀ ਨਹੀਂ ਹੈ। ਅਗਰ ਹਿੰਦੂ ਸ਼ਾਹੀ ਨੂੰ ਦੇਖਿਆ ਜਾਏ, ਬੁੱਧ ਮਤ ਨੂੰ ਦੇਖਿਆ ਜਾਏ ਜਾਂ ਹੋਰ ਫੁੱਟਸਟੈਪਸ ਦੇਖੇ ਜਾਣ, ਇਸਲਾਮਿਕ ਹਿਸਟਰੀ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਏ, ਸਿੱਖ ਹਿਸਟਰੀ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਏ ਤੇ ਇਹ ਜਗ੍ਹਾ ਮਾਲਾ ਮਾਲ ਹੈ। ਜੀ ਹਾਂ, ਅਸੀਂ ਜ਼ਿਕਰ ਕਰ ਰਹੇ ਹਾਂ ਇਸਲਾਮਾਬਾਦ ਦੇ ਵਿੱਚ ਸੈਦਪੁਰ ਵਿਲੇਜ ਦੀ, ਜਿਹੜਾ ਕਿ ਅੱਜ ਕੱਲ੍ਹ ਮਾਡਲ ਵਿਲੇਜ ਹੈ। ਲੇਕਿਨ ਅਗਰ ਇਹਦੀ ਤਾਰੀਖ ਅਗਰ ਚੁੱਕ ਕੇ ਦੇਖੀ ਜਾਏ, ਮੁਗਲ ਕਿੰਗ ਜਹਾਂਗੀਰ ਦੇ ਦੌਰ ਦੇ ਵਿੱਚ ਵਸਾਇਆ ਗਿਆ ਇਹ ਜਿਹੜਾ ਪਿੰਡ ਸੀ, ਅਗਰ ਇਹਦੇ ਦੇਖਿਆ ਜਾਏ ਤਾਂ ਪਾਕਿਸਤਾਨ ਦੇ ਵਿੱਚ ਮੈਂ ਕਹਾਂਗਾ ਕਿ ਬਹੁਤ ਘੱਟ ਪਿੰਡ ਐਸੇ ਨੇ ਜਿੱਥੇ ਇੱਕ ਹੀ ਜਗ੍ਹਾ ਦੇ ਉੱਤੇ ਮਸਜਿਦ, ਗੁਰਦੁਆਰਾ, ਧਰਮਸ਼ਾਲ ਔਰ ਮੰਦਿਰ ਔਰ ਨਾਥਪੰਥੀਆਂ ਦੇ ਟੈਂਪਲ ਜਿਹੜੇ ਨੇ ਇੱਕ ਹੀ ਜਗ੍ਹਾ ਦੇ ਉੱਤੇ ਮੌਜੂਦ ਨੇ। ਔਰ ਨਾਲ ਹੀ ਜੁੜਿਆ ਹੋਇਆ ਰਾਵਲਪਿੰਡੀ ਸ਼ਹਿਰ ਹੈ ਔਰ ਰਾਵਲਪਿੰਡੀ ਦੇ ਅੰਦਰ ਵੀ ਸਿੱਖ ਦੌਰ ਦੇ ਔਰ ਹਿੰਦੂ ਦੌਰ ਦੇ ਬਹੁਤ ਗਹਿਰੇ ਫੁੱਟਸਟੈਪਸ ਨੇ। ਔਰ ਪ੍ਰੀ ਪਾਰਟੀਸ਼ਨ ਤੇ ਤੁਸੀਂ ਜਾਣਦੇ ਹੀ ਹੋ ਕਿ ਰਾਵਲਪਿੰਡੀ ਜਿਹੜਾ ਸੀ ਉਹ ਸਿੱਖੀਜ਼ਮ ਦਾ ਹੈੱਡਕੁਆਟਰ ਸੀ ਔਰ ਇੱਥੇ ਉਹਨਾਂ ਦੇ ਜਿਹੜੇ ਘਰ ਸਨ ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀ ਸੀ ਕਿ ਅਗਰ ਤੁਸੀਂ ਸਿੱਖਾਂ ਦਾ ਘਰ ਪਹਿਚਾਣਨਾ ਹੋਵੇ ਜਾਂ ਹਿੰਦੂਆਂ ਦਾ ਘਰ ਪਹਿਚਾਣਨਾ ਹੋਵੇ ਜਾਂ ਗੁਰਦੁਆਰੇ ਦੀ ਬਾਉਂਡਰੀਜ਼ ਅਗਰ ਕਿਸੇ ਨੇ ਪਹਿਚਾਨੀਆਂ ਨੇ, ਕਿਸ ਤਰੀਕੇ ਨਾਲ ਪਹਿਚਾਨੀਆਂ ਨੇ, ਆਓ ਤੇ ਤੁਹਾਨੂੰ ਪਹਿਲੇ ਲੈ ਕੇ ਚੱਲਦੇ ਹਾਂ ਸੈਦਪੁਰ ਵਿਲੇਜ ਦੇ ਵਿੱਚ ਔਰ ਸੈਦਪੁਰ ਦੇ ਟੈਂਪਲਸ, ਗੁਰਦੁਆਰਾ, ਇਹ ਸਾਰਾ ਕੁਝ ਦਿਖਾਉਂਦੇ ਹਾਂ। ਔਰ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਰਾਵਲਪਿੰਡੀ ਦੇ ਵਿੱਚ ਅਕਾਲਗੜ੍ਹ, ਬਾਗ ਸਰਦਾਰਾ ਔਰ ਦੂਸਰੇ ਮਜ਼ਾਫਾਤੀ ਏਰੀਆ ਜਿਹੜਾ ਕਿ ਸੈਂਟਰਲ ਏਰੀਆ ਸੀ ਰਾਵਲਪਿੰਡੀ ਦਾ, ਜਿਹੜੀ ਕਿ ਇੱਕ ਗ੍ਰੇਟ ਹਿਸਟਰੀ ਪ੍ਰੀ ਪਾਰਟੀਸ਼ਨ ਦੀ ਹੈ। ਤੇ ਆਓ ਦੇਖੋ ਤੁਸੀਂ ਫਿਰ ਪੰਜਾਬ ਹੈਰੀਟੇਜ ਦਾਸਤਾਨ ਦੇ ਵਿੱਚ ਇਸਲਾਮਾਬਾਦ ਔਰ ਰਾਵਲਪਿੰਡੀ ਦੀ ਹਿਸਟਰੀ। अस्सलाम वालेकुम जी, मैं हाँ तुहाड़ा अपना होस्ट बाबा जी और ਅੱਜ ਮੈਂ ਲੈ ਕੇ ਪਹੁੰਚਿਆ ਮੈਂ ਤੁਹਾਨੂੰ ਮੈਂ ਸੈਦਪੁਰ ਵਿਲੇਜ ਦੇ ਵਿੱਚ। ਸੈਦਪੁਰ ਵਿਲੇਜ ਦੇ ਵਿੱਚ ਮੈਂ ਅੱਜ ਪ੍ਰੋਗਰਾਮ ਨੂੰ ਜਿਹਨੂੰ ਕੰਪੋਜ਼ ਕਰਨ ਵਾਸਤੇ ਆਇਆ ਹਾਂ ਪੰਜਾਬ ਹੈਰੀਟੇਜ ਦਾਸਤਾਨ। ਪੰਜਾਬ ਹੈਰੀਟੇਜ ਦਾਸਤਾਨ ਵੈਸੇ ਤਾਂ ਸ਼ੁਰੂ ਹੁੰਦੀ ਹੈ ਬਹੁਤ ਲੰਬੀ, ਲੇਕਿਨ ਅਸੀਂ ਗੱਲ ਕਰਾਂਗੇ ਸੈਦਪੁਰ ਵਿਲੇਜ ਤੇ। ਸੈਦਪੁਰ ਵਿਲੇਜ ਜਿਹੜਾ ਕਿ ਕਿੰਗ ਜਹਾਂਗੀਰ, ਮੁਗਲ ਕਿੰਗ ਜਹਾਂਗੀਰ ਦੇ ਦੌਰ ਦੇ ਵਿੱਚ ਵਸਾਇਆ ਗਿਆ, 450 ਸਾਲ ਪੁਰਾਣਾ ਇਹ ਪਿੰਡ ਹੈ ਜਿੱਥੇ ਕਿ ਇੱਕ ਬਹੁਤ ਜ਼ਿਆਦਾ ਸਾਰਾ ਹੈਰੀਟੇਜ ਜਿਹੜਾ ਬਿਖਰਿਆ ਪਿਆ ਹੋਇਆ। ਅਗਰ ਤੁਸੀਂ ਦੇਖੋ ਪਿੰਡ ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਤੇ ਤੁਹਾਨੂੰ ਬੜਾ ਕੁਝ ਐਸਾ ਨਜ਼ਰ ਆਏਗਾ ਜਿਹੜਾ ਕਿ ਘੱਟ ਹੀ ਤੁਹਾਨੂੰ ਕਿਸੇ ਪਿੰਡ ਵਿੱਚ ਨਜ਼ਰ ਆਉਂਦਾ ਕਿ ਸੇਮ ਪਲੇਸ ਦੇ ਉੱਤੇ ਗੁਰਦੁਆਰਾ ਕੰਪਲੈਕਸ ਹੈ, ਸੇਮ ਤੇ ਮੰਦਿਰ ਹੈ, ਨਾਥਪੰਥੀਆਂ ਦਾ ਟੈਂਪਲ ਹੈ। ਫਿਰ ਉਸ ਤੋਂ ਬਾਅਦ ਥੋੜ੍ਹੇ ਜਿਹੇ ਫਾਸਲੇ ਦੇ ਉੱਤੇ ਇੱਕ ਤੁਹਾਨੂੰ ਮਸਜਿਦ ਵੀ ਨਜ਼ਰ ਆਉਂਦੀ ਹੈ, ਖੂਬਸੂਰਤ ਮਸਜਿਦ ਨਜ਼ਰ ਆਉਂਦੀ ਹੈ। ਔਰ ਇਹ ਇੱਕ ਮੈਂ ਕਹਾਂਗਾ ਕਿ ਇੱਕ ਹਾਰਮਨੀ ਹੈ ਦੋਵੇਂ ਜਿਹੜੇ ਤਿੰਨੋਂ ਮਜ਼ਹਬ ਨੇ ਉਹਨਾਂ ਦੇ ਦਰਮਿਆਨ ਦੇ ਵਿੱਚ, ਯਾਨੀ ਕਿ ਮੁਸਲਿਮ, ਸਿੱਖ ਔਰ ਹਿੰਦੂ ਦੇ ਦਰਮਿਆਨ ਜਿਹੜੀ ਹੈ ਇੱਕ ਤੁਹਾਨੂੰ ਬਹੁਤ ਅੱਛੀ ਕੰਟੀਨਿਊਟੀ ਨਜ਼ਰ ਆਉਂਦੀ ਹੈ, ਪਿਆਰ ਮੁਹੱਬਤ ਨਜ਼ਰ ਆਉਂਦਾ ਹੈ ਕਿ ਇੱਥੇ ਰਹਿਣ ਵਾਲੀਆਂ ਜਿਹੜੀਆਂ ਜਨਰੇਸ਼ਨ ਸਨ ਉਹ ਕਿਸ ਤਰੀਕੇ ਨਾਲ ਪਿਆਰੇ ਅੰਦਾਜ਼ ਦੇ ਨਾਲ ਇੱਥੇ ਰਹਿ ਰਹੀਆਂ ਸਨ। ਸਫ਼ਰ ਤੇ ਅਗਰ ਦੇਖਿਆ ਜਾਏ ਤੇ ਪੰਜਾਬ ਦੀ ਤਾਰੀਖ ਨੇ ਬੜੇ ਸਫ਼ਰ ਤੈਅ ਕੀਤੇ ਨੇ। ਉਹਨਾਂ ਦੇ ਵਿੱਚੋਂ ਅਗਰ ਕਲਚਰ ਐਂਡ ਸਿਵਲਾਈਜੇਸ਼ਨ ਦੇ ਉੱਤੇ ਗੱਲ ਕੀਤੀ ਜਾਏ ਤੇ ਸ਼ਾਇਦ ਇੰਨੀ ਹੀ ਘੱਟ ਕਿਸੇ ਦੀ ਸਿਵਲਾਈਜੇਸ਼ਨਸ ਦੀ ਇੰਨੀ ਖੂਬਸੂਰਤ ਕਹਾਣੀ ਹੋਏਗੀ ਜਿੰਨੀ ਕਿ ਪੰਜਾਬ ਹੈਰੀਟੇਜ ਦਾਸਤਾਨ ਦੀ ਹੈ। ਇਹ ਬਾਬੇ ਬੋਰਡ ਨੂੰ ਲੈ ਲਵੋ, ਇਹ 100 ਸਾਲ ਤੋਂ ਜ਼ਿਆਦਾ ਦੀ ਲਾਈਫ ਹੈ। ਜਿਸ ਤਰੀਕੇ ਨਾਲ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਗਹਿਰੀਆਂ ਫੈਲੀਆਂ ਹੋਈਆਂ ਨੇ, ਉਸੇ ਤਰ੍ਹਾਂ ਹੀ ਇਸ ਕਲਚਰ ਦੀ ਔਰ ਹੈਰੀਟੇਜ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਇੱਥੇ ਬਹੁਤ ਜ਼ਿਆਦਾ ਗਹਿਰੀਆਂ ਜਿਹੜੀਆਂ ਨੇ ਗਈਆਂ ਹੋਈਆਂ ਨੇ ਜ਼ਮੀਨ ਦੇ ਉੱਤੇ। ਆਓ ਫਿਰ ਮੈਂ ਤੁਹਾਨੂੰ ਦੱਸਦਾ ਚੱਲਾਂ ਕੁਝ ਥੋੜ੍ਹਾ ਜਿੰਨਾ ਇਸ ਜਗ੍ਹਾ ਦੇ ਬਾਰੇ ਵਿੱਚ ਔਰ ਇਸ ਜਗ੍ਹਾ ਦੀ ਅਹਿਮੀਅਤ ਦੇ ਬਾਰੇ 'ਚ। ਬੜਾ ਖੂਬਸੂਰਤ ਦੌਰ ਇੱਥੇ ਦਾ ਗੁਜ਼ਰਦਾ ਹੋਇਆ ਨਜ਼ਰ ਆ ਰਿਹਾ ਮੈਨੂੰ, ਜਾਂ ਜਿਹੜੇ ਮੈਨੂੰ ਐਵੀਡੈਂਸ ਮਿਲੇ ਨੇ, ਕਲਬਸ ਮਿਲੇ ਨੇ ਇੰਟਰਨੈਸ਼ਨਲ ਰੈਫਰੈਂਸਿਸ ਤੋਂ, ਤੇ ਉਹ 1935 ਦਾ ਜ਼ਿਕਰ ਬਹੁਤ ਜ਼ਿਆਦਾ ਉਹਦੇ 'ਚ ਆਉਂਦਾ ਹੈ ਕਿ 1935 ਦੇ ਅੰਦਰ ਜਿਹੜੀ ਇੱਥੇ ਕੰਸਟਰਕਸ਼ਨ ਹੁੰਦੀ ਹੈ, ਇੱਥੇ ਆਰਕੀਟੈਕਚਰ ਚੇਂਜ ਹੁੰਦਾ ਹੈ, ਜਿੱਥੇ ਇਹ ਮੰਦਿਰ ਬਣਦਾ ਹੈ, ਫਿਰ ਇਹਦੇ ਨਾਲ ਧਰਮਸ਼ਾਲ ਬਣਦੀ ਹੈ, ਫਿਰ ਪਿੱਛੇ ਗੁਰਦੁਆਰਾ ਬਣਦਾ ਹੈ, ਫਿਰ ਇਹ ਨਾਥਪੰਥੀਆਂ ਦਾ, ਉਦਾਸੀਆਂ ਦਾ ਡੇਰਾ ਬਣਦਾ ਹੈ, ਫਿਰ ਉਹ ਮਸਜਿਦ ਬਣਦੀ ਹੈ। ਕਿਆ ਬਾਤ ਹੈ। ਮੇਰੇ ਦਿਲ ਦੀ ਖੁਆਇਸ਼ ਸੀ ਕਿ ਮੈਂ ਪੰਜਾਬ ਲਈ ਕੁਝ ਐਸਾ ਕਰਕੇ ਜਾਵਾਂ ਜਿਹੜਾ ਕਿ ਸਦੀਆਂ ਤੱਕ ਲੋਕੀ ਯਾਦ ਰੱਖਣ। ਉਮੀਦ ਹੈ ਕਿ ਪੰਜਾਬ ਹੈਰੀਟੇਜ ਦਾਸਤਾਨ ਪ੍ਰੋਗਰਾਮ ਜਿਹੜਾ ਤੁਸੀਂ ਦੇਰ ਤੱਕ ਯਾਦ ਰੱਖੋਗੇ।
ਜੀ ਮੈਂ ਹੁਣ ਪਹੁੰਚਿਆ ਵਾਂ ਨਾਥਪੰਥੀਆਂ ਦੇ ਟੈਂਪਲ ਤੇ। ਨਾਥਪੰਥੀ ਜਿਹੜੇ ਉਹ ਲੋਕ ਸਨ ਜਿਹੜੇ ਕਿ ਬਾਬਾ ਗੋਰਖਨਾਥ, ਸਿੱਧਨਾਥ, ਬਾਲਨਾਥ, ਨੌ ਨਾਥਾਂ ਨੂੰ ਮੰਨਣ ਵਾਲੇ ਸੀ। ਔਰ ਯੋਗੀ ਜਿਹੜੇ ਯੋਗੀ ਸਨ ਜਿਨ੍ਹਾਂ ਦਾ ਤਲਕ ਸੀ ਟਿੱਲਾ ਜੋਗੀਆਂ ਦੇ ਨਾਲ। ਉਹਨਾਂ ਦੇ ਟੈਂਪਲਸ ਜਿਹੜੇ ਨੇ ਬਿਲਕੁਲ ਸੇਮ ਇਸ ਅੰਦਾਜ਼ ਦੇ ਵਿੱਚ ਬਣਾਏ ਜਾਂਦੇ ਸਨ ਔਰ ਉਹਨਾਂ ਦੇ ਉੱਤੋਂ ਗੁੰਬਦ ਗੋਲ ਹੁੰਦੇ ਸਨ। ਇੱਥੇ ਖਿੱਤਾ ਪਠਵਾਰ ਦੇ ਅੰਦਰ, ਮੈਂ ਨਾਰਥ ਵੈਸਟ ਪੰਜਾਬ ਦੇ ਅੰਦਰ ਮੌਜੂਦ ਹਾਂ, ਅਤੇ ਇੱਥੇ ਜਿਹੜੇ ਨਾਥਪੰਥੀ ਸਨ ਜਾਂ ਜਿਹੜੇ ਯੋਗੀ ਸਨ ਉਹਨਾਂ ਦਾ ਬਹੁਤ ਰੱਖ ਰਖਾਓ ਸੀ। ਅਗਰ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਜਿਹੜੀਆਂ ਅੱਜ ਵੀ ਨਾਥਪੰਥੀਆਂ ਦੇ ਨਾਲ ਮਸ਼ਹੂਰ ਨੇ। ਇੱਥੇ ਸਭ ਤੋਂ ਵੱਡਾ ਜਿਹੜਾ ਅਸਥਾਨ ਹੈ ਨਾਥਪੰਥੀਆਂ ਦਾ ਉਹ ਹੈ ਟਿੱਲਾ ਜੋਗੀਆਂ, ਜਿੱਥੇ ਕਿ 9 ਨਾਥਾਂ ਦੇ 9 ਟੈਂਪਲਸ ਨੇ। ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਜਿੱਥੋਂ ਇਬਤਦਾ ਹੁੰਦੀ ਹੈ ਜੋਗੀਆਂ ਦੀ, ਜਿੱਥੇ ਨਾਥਪੰਥੀ ਬੈਠਦੇ ਨੇ, ਜਿੱਥੇ ਕੰਨ ਫੱਟੇ ਬੈਠਦੇ ਸਨ, ਜਿੱਥੇ ਰਾਂਝੇ ਨੇ ਜੋਗ ਲਈ ਸੀ। ਇਹ ਉਹਨਾਂ ਦਾ ਹੀ ਦੁਆਰਾ ਹੈ, ਉਹਨਾਂ ਦਾ ਹੀ ਦੁਆਰਾ ਹੈ। ਜਿਹੜੇ ਲੋਕ ਇੱਥੇ ਜੋਗੀਸ ਕਹਿਲਾਏ, ਯੋਗੀਸ ਕਹਿਲਾਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਾਥਪੰਥੀ ਕਿਹਾ ਗਿਆ। ਨਾਥਪੰਥੀ ਟੈਂਪਲਾਂ ਦੇ ਮੁਤਲਕ ਮੈਂ ਅੱਗੇ ਵੀ ਦੱਸ ਚੁੱਕਿਆ ਵਾਂ ਕਿ ਜਾ ਬਜਾ ਖਿੱਤਾ ਪਠਵਾਰ ਦੇ ਅੰਦਰ ਜਿਹੜੇ ਨੇ ਉਹ ਫੈਲੇ ਹੋਏ ਨੇ। ਅਗਰ ਤੁਸੀਂ ਇਹ ਦੇਖੋ, ਇਹ ਵਾਲਾ ਟੈਂਪਲ ਤੇ ਇਹਦੇ ਐਂਟਰੈਂਸ ਦੇ ਉੱਤੇ ਵੀ ਜਿਹੜੀ ਹੈ ਟਹਿਲ ਸੇਵਾ ਕਰਵਾਈ ਲੱਗੀ ਹੋਈ ਹੈ। ਜਾ ਬਜਾ ਅਗਰ ਤੁਸੀਂ ਦੇਖੋ ਸੀੜੀਆਂ ਦੇ ਉੱਤੇ ਰਾਵਲਪਿੰਡੀ ਤੋਂ ਗੰਡਾਮਲ ਫੈਮਿਲੀ, ਚੰਦ ਫੈਮਿਲੀ, ਜਿੰਨੀਆਂ ਵੀ ਫੈਮਿਲੀਜ਼ ਨੇ, ਸੂਰੀ ਫੈਮਿਲੀਜ਼ ਨੇ, ਨਾਥ ਲੋਕੀ ਨੇ, ਉਹਨਾਂ ਦੀ ਸੇਵਾ ਕਰਵਾਈ ਜਿਹੜੀ ਹੈ ਹਰ ਮਾਰਬਲ ਦੀ ਸਲੈਬ ਦੇ ਉੱਤੇ ਜਿਹੜੀ ਹੈ ਲੱਗੀ ਹੋਈ ਹੈ। ਇਹ ਜ਼ਰਾ ਥੋੜ੍ਹਾ ਜਿੰਨਾ ਪੁਰਾਣਾ ਟੈਂਪਲ ਹੈ ਔਰ ਉਸ ਤੋਂ ਬਾਅਦ ਜਿਹੜੇ ਨਵੇਂ ਟੈਂਪਲ ਨੇ ਉਹ ਥੋੜ੍ਹਾ ਜਿਹੇ ਅੱਗੇ ਨੇ। ਇਹ ਵਾਲਾ ਸਭ ਤੋਂ ਪਹਿਲਾ ਸਥਾਨ ਦੱਸਿਆ ਜਾਂਦਾ ਹੈ ਜਿਹੜਾ ਕਿ ਮੁਗਲਈ ਇੱਟ ਨਾਲ ਬਣਿਆ ਹੋਇਆ ਨਾਥਪੰਥੀਆਂ ਦਾ। ਇਸ ਤੋਂ ये सिख गुरुद्वारा है। क्या आप इसके मुताबिक पहले जानते हैं कि ये सिख गुरुद्वारा है? सिर्फ इतना पता है कि है कोई अच्छा हिस्टोरिकल प्लेस है। ये एक सिख गुरुद्वारा है जो कि 1910 में सबसे पहले बना था और 1934 में ये जो मौजूदा बिल्डिंग आपको नज़र आ रही है ये थी। और अभी 2012 के अंदर जो है इस पर हैवीली बहुत बड़ा बजट जो है कैपिटल डेवलपमेंट अथॉरिटी ने लगाया और इसको कंप्लीट तरीके से प्रिजर्व किया जैसे कि गुरुद्वारा होते थे हिस्ट्री के अंदर हमारे यहाँ। क्योंकि आप शायद जानते हैं कि गुरुद्वारा जितने भी हैं वो उनका जो अगर सिक्खी का बिगिन है, यानी कि सिखिज़म का बिगिन जो है वो पाकिस्तान से, बाबा गुरु नानक इसके फाउंडर थे। इसलिए ये चीज़ें हमारे लिए प्रिजर्व करना बाइस फ़ख्र भी है क्योंकि एक जनरेशन्स किस तरीके से हमारी वो चेंज हुई है और किस तरीके से आफ्टर पार्टीशन जो हम फॉरगॉटन हमारा जो हेरिटेज है उसके मतलब जो है मैं कहूँगा कि ये एक बहुत खूबसूरत मिसाल है कि इस विलेज के ऊपर सेम प्लेस के ऊपर जो है वो सेम प्लेस के ऊपर जो है वो गुरुद्वारा भी है, सेम प्लेस के ऊपर मस्जिद भी है, एक धर्मशाला भी है। बहुत कम लोगों को पता है कि नाथपंथी जो टिल्ला जोगियाँ जिसकी वजह से मशहूर है। योगी इसका आपने नाम सुना होगा, हीर रांझा की आपने स्टोरी सुनी होगी तो वो जोगियों के पास गए और उन्होंने कानों में मुंदरे डलवाए, लेकिन वो किसी को ये नहीं पता कि कॉन्सेप्ट क्या था उसके पीछे, मुंदरे क्या थी और वो क्यों फड़वाना पड़ता था। कानों को फड़वा के फिर उसके बाद उसमें मुंदरे डालते थे, ऑरेंज कलर के ड्रेस पहनते थे, दुनिया से वो अलग रहते थे। तो उनका भी पार्ट इसलिए शामिल है। ऑरेंज कलर का उनका टेम्पल ये सामने दो टेम्पल है जिनको कि नाथपंथी टेम्पल्स कहा जाता है।
ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਅੱਜ ਮੈਂ ਤੁਹਾਨੂੰ ਲੈ ਕੇ ਪਹੁੰਚਿਆ ਹਾਂ ਸੈਦਪੁਰ ਵਿਲੇਜ ਦੇ ਵਿੱਚ ਜਿੱਥੇ ਇੱਕ ਬਹੁਤ ਖੂਬਸੂਰਤ ਗੁਰਦੁਆਰਾ ਕੰਪਲੈਕਸ ਹੈ ਔਰ ਨਾਲ ਹੀ ਇੱਕ ਮਸਜਿਦ ਹੈ, ਇੱਕ ਮੰਦਿਰ ਹੈ ਔਰ ਇੱਕ ਗੁਰਦੁਆਰਾ ਹੈ। ਪਾਕਿਸਤਾਨ ਵਿੱਚ ਇੱਕ ਆਪਣੀ ਤਰ੍ਹਾਂ ਦੀ ਬਿਲਕੁਲ ਡਿਫਰੈਂਟ ਪਲੇਸ ਹੈ। ਇੱਥੇ ਆਏ ਹੋਏ ਵਿਦੇਸ਼ੀ ਲੋਕ ਜਿਹੜੇ ਨੇ ਜਾਂ ਦੂਸਰੇ ਗੈਰ ਵਤਨ ਲੋਕ ਜਿਹੜੇ ਨੇ ਉਹ ਇਸ ਚੀਜ਼ ਦੇ ਮੁਤਲਕ ਕੀ ਕਹਿੰਦੇ ਨੇ, ਕੀ ਸੋਚਦੇ ਨੇ ਇਸ ਜਗ੍ਹਾ ਦੇ ਬਾਰੇ 'ਚ, ਆਓ ਮੈਂ ਗੱਲ ਕਰਾਂ। What's your name, please? Tom, Tom. Where from you? the UK. UK. And what's your feeling to come to visit here? It's a beautiful village. It's got the beautiful Margaret Hills in the background. I've been to this wonderful restaurant today for some lunch. It's my wife's birthday, so we've come to celebrate with our friends. You come for first time or First time. you come first time? That's great. And you want to say to something, please? This is a beautiful guy in a Pakistani dress. What's your name, please? Bill. And then, what you feel after the come here? I think it's a real privilege to come here and see such a beautiful country as Pakistan, and to come particularly to the Saidpur village is a great and enjoyable experience. Thank you. And can you say to something? Yes, we've had a lovely time here. We've come for my birthday. Happy birthday. Thank you very Many much. happy return of the day. And yeah, we very much enjoyed our meal here. It was lovely. Thank you. Thank you. Thanks for coming here. Thank you very much. ਇਹ ਸਨ ਕੁਝ ਵਿਦੇਸ਼ ਤੋਂ ਆਏ ਹੋਏ ਲੋਕ ਜਾਂ ਜਿਹੜੇ ਗੈਰ ਮੁਲਕੀ ਲੋਕ ਸਨ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਆਏ ਔਰ ਸੈਲੂਨ ਦੇ ਮੁਤਲਕ ਉਹ ਕੀ ਕਹਿ ਰਹੇ ਨੇ, ਉਹ ਵੀ ਇੱਥੇ ਇੰਜੋਏ ਕਰ ਰਹੇ ਨੇ ਕਿ ਤਿੰਨ ਜਨਰੇਸ਼ਨਸ, ਤਿੰਨ ਕਿਸਮ ਦੇ ਮਜ਼ਹਬ ਔਰ ਤਿੰਨ ਕਿਸਮ ਦੀਆਂ ਰਿਲੀਜੀਅਸ ਪਲੇਸਿਸ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਦਾਸਤਾਨ।